ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। पट्टी साहब वेलकम। और एक बड़ी चंबे वाली खबर पढ़ रहा सा, देख रहा मैं कदे चंगी लगती है, कईयां नहीं चंगी लगती, परंतु सोशल नैटवर्क मीडिया का जमाना, हर बंदा प्रसिद्धि प्राप्त करना चाहता है। परंतु कंगना रनौत जो चर्चा दे विच है, वो अपनी बेबाकी करके, अपने लफ्ज़ां करके, अपनी बोली करके लोगों के हिरदियां नूं उन्हें चोट पहुँचाई है। कोई दो रावां नहीं। हाई कोर्ट ने 22 दिसंबर नूं पुलिस अगे पेश होने का आदेश दिता है। अमन जी भी खबर सुना के गए ने कि उहदे नाल एक किसान दा उहदी जिहड़ी है बुत दा हाँ जी विआह कीता गया। की कहना चाहोगे? जिथों तक कंगना की गल है जी, कंगना मौत बदाबादा रहना पसंद करती। जिहड़ी गल इन्हें कही सी कि 1947 सानू आज़ादी की भीख मिली है, 2014 च सानू संपूर्ण आज़ादी मिली। ਉਹਦੇ ਤੇ ਸਿੰਘੂ ਬਾਰਡਰ ਤੇ ਲੱਗੇ ਸੀ ਪੰਡ, ਉਹਨਾਂ ਗੱਲ ਕੁਛ ਇਦਾਂ ਕਹੀ ਸੀ, ਕਹਿੰਦੇ ਜੀ ਕੰਗਣਾ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ, ਤੁਸੀਂ ਜੋ ਕਿਹਾ ਠੀਕ ਰਹੇ। ਕਿਉਂ ਠੀਕ ਰਹੇ? ਕਿਉਂਕਿ ਜਿਹੜੀ ਆਜ਼ਾਦੀ ਮਿਲੀ ਸੀ ਉਹ ਭਗਤ ਸਿੰਘ, ਊਧਮ ਸਿੰਘ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ, ਰਾਜਗੁਰੂ, ਸੁਖਦੇਵ ਦੀਆਂ ਕੁਰਬਾਨੀਆਂ ਕਰਕੇ ਮਿਲੀ। ਲੇਕਿਨ ਭੀਖ ਦੇ ਵਿੱਚ ਸਿਰਫ ਤੇ ਸਿਰਫ ਅਵਾਰਡ ਮਿਲਦਾ ਜਿਹੜਾ ਤੁਹਾਨੂੰ ਮਿਲਿਆ ਪਦਮ ਸ਼੍ਰੀ, ਉਹ ਭੀਖ ਮੰਗ ਕੇ ਰਿਹਾ ਸੀ। ਇਸ ਕਰਕੇ ਆਜ਼ਾਦੀ ਨੂੰ ਤੁਸੀਂ ਇਹ ਚੀਜ਼ ਨਾ ਜੋੜੋ। ਸਾਰੀ ਦੁਨੀਆ ਨੂੰ ਪਤਾ ਵੀ ਭਾਰਤ ਨੂੰ ਆਜ਼ਾਦੀ ਕਿਵੇਂ ਮਿਲੀ। ਕੋਈ ਚਮਚਾਗਰੀ ਦੀ ਕੋਈ ਨਾ ਕੋਈ ਹੱਦ ਹੁੰਦੀ ਹੈ। ਇੱਥੋਂ ਤੱਕ ਜਾਓਗੇ ਤੇ ਫਿਰ ਤੁਹਾਨੂੰ ਅਵਾਰਡ ਤੇ ਮਿਲਣਗੇ। ਹੁਣ ਕੰਗਨਾ ਨੇ ਕੀ ਕਿਹਾ ਸੀਗਾ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਲੈ ਨੇ ਕਾਨੂੰਨ ਵਾਪਸ ਲੈ ਨੇ, ਉਦੋਂ ਕਿਹਾ ਸੀ ਖਾਲਿਸਤਾਨੀ ਅੱਤਵਾਦੀ ਨੇ ਸਰਕਾਰ ਦੀ ਬਾਹ ਮਰੋੜ ਦਿੱਤੀ। ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇੱਕ ਮਹਿਲਾ ਪ੍ਰਧਾਨ ਮੰਤਰੀ ਉਹਨਾਂ ਨੂੰ ਪੁੱਛਣ ਦਿੱਤਾ ਸੀ, ਭਾਵੇਂ ਇਸ ਕਾਰਨ ਦੇਸ਼ ਦਾ ਕਿੰਨਾ ਨੁਕਸਾਨ ਕਿਉਂ ਨਾ ਹੋਇਆ। ਇਹ ਸ਼ਬਦ ਵਰਤੇ ਸੀ। ਜਦੋਂ ਇਹ ਸ਼ਬਦ ਵਰਤੇ ਸੀਗੇ ਤੇ ਬਕਾਇਦਾ ਤੌਰ ਤੇ ਸਿੱਖਾ ਸਭ ਜੋ ਮਰਜ਼ੀ ਹੋਵੇ, ਹੈ ਮਿਹਨਤੀ ਬੰਦਾ, ਉਹਨੇ ਜਹਾਜ਼ ਫੜਿਆ ਤੇ ਬੰਬੇ ਪਹੁੰਚ ਗਿਆ। ਲੇਕਿਨ ਬੰਬੇ ਦੇ ਸਿੱਖ ਤੇ ਪਹਿਲਾਂ ਹੀ ਜਿਹੜੀ ਸੀ ਬੜੇ ਭਰੇ ਪੀਤੇ ਪਏ ਸੀਗੇ, ਉਹ ਕੰਗਣਾ ਦੇ ਬੂਹੇ ਅੱਗੇ ਬੈਠੇ ਸੀ, ਬਾਹਰ ਨਿਕਲ ਤੇ ਨਾਲ ਗੱਲ ਕਰਨੀ। ਬੀਬੀਆਂ ਵੀ ਬੈਠੀਆਂ ਸੀ, ਜਿਹੜੀ ਅੰਮ੍ਰਿਤਧਾਰੀ ਬੀਬੀਆਂ ਵੀ ਬੈਠੀਆਂ ਸੀ, ਦਸਤਾਰਾਂ ਸੀ, ਅੱਜ ਬਾਹਰ ਨਿਕਲ ਤੇ ਨਾਲ ਗੱਲ ਕਰਨੀ। ਇਹ ਥੱਲੇ ਨਹੀਂ ਉਤਰੀ। ਫਿਰ ਸਿਆਣੇ ਬੰਦਿਆਂ ਚਾਹ ਤੇ ਆਪਾਂ ਨਹੀਂ ਨਿਕਲਦੀ ਤੇ ਆਪਾਂ ਪਰਚਾ ਦਰਜ ਕਰਾ ਦੀ। ਪਰਚਾ ਦਰਜ ਜਦੋਂ ਕਰਾਉਣਗੇ ਤੇ ACP ਕਹਿੰਦਾ ਜੀ ਅਸੀਂ ਜਾਂਚ ਕਰਾਂਗੇ। ਉਹ ਕਹਿੰਦੇ ਆ ਲੋ ਸਬੂਤ ਸਾਡੇ ਕੋਲ ਸਾਰੇ। ਉਹਨਾਂ ਸਾਰੇ ਸਬੂਤ ਦੇ ਦਿੱਤੇ। ACP ਦੇ ਆਰਡਰਾਂ ਦੇ ਉੱਤੇ ਥਾਣੇ ਚ ਪਰਚਾ ਦਰਜ ਲਿਖਿਆ ਉਹਨੇ ਬਕਾਇਦਾ ਤੌਰ ਤੇ ਵੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਪਰਚਾ ਦਰਜ। ਹੁਣ ਕੰਗਣਾ ਬੀਬੀ ਨੇ ਕੀ ਕੀਤਾ? ਇਹ ਚਲੀ ਗਈ ਬੰਬੇ ਹਾਈ ਕੋਰਟ ਚ ਤੇ ਕਹਿੰਦੀ ਮੈਂ ਤੇ ਇਹਨਾਂ ਨੂੰ ਕੁਛ ਕਿਹਾ ਹੀ ਨਹੀਂ। ਜਿਹੜੇ ਕਿਸਾਨ ਬੈਠੇ ਮੈਂ ਕੁਛ ਨਹੀਂ ਕਿਹਾ, ਮੈਂ ਖਾਲਿਸਤਾਨੀ ਅੱਤਵਾਦੀਆਂ ਦੀ ਗੱਲ ਕੀਤੀ ਨੇ ਤੇ ਮੈਂ ਕੋਈ ਗੱਲ ਹੀ ਨਹੀਂ ਕੀਤੀ ਇਹਨਾਂ। ਇਹਨੇ ਕਿਹਾ ਜੀ ਇਹ ਮੁਕੱਦਮਾ ਰੱਦ ਕੀਤਾ ਜਾਵੇ। ਲੇਕਿਨ ਕੋਰਟ ਨੇ ਇੰਨੀ ਗੱਲ ਕਹਿ ਦਿੱਤੀ ਕਿ ਬੀਬੀ ਤੂੰ ਚੁੱਪ ਕਰਕੇ 22 ਤੋਂ ਪਹਿਲਾਂ ਜਾ ਕੇ ਸ਼ਾਮਲ ਤਫਤੀਸ਼ ਹੋ ਜਾ, ਜੇ ਨਹੀਂ ਹੁੰਦੀ ਤਾਂ ਫਿਰ ਆਪਣੀ ਪੁਲਿਸ ਕਾਰਵਾਈ ਕਰੇ। ਹੁਣ ਸ਼ਾਮਲ ਤਫਤੀਸ਼ ਹੋਣਾ ਪਵੇਗਾ। ਜਾਵੇਦ ਅਖਤਰ ਜਿਹੜੇ ਮੰਨੇ ਪਰਮੰਨੇ ਕਲਾਕਾਰ ਆ ਬਾਲੀਵੁੱਡ ਦੇ, ਉਹਨਾਂ ਨੇ ਖਿਲਾਫ ਇਹਨੇ ਜਿਹੜਾ ਸੀ ਕੋਈ ਗਲਤ ਗੱਲਾਂ ਕੀਤੀਆਂ ਸੀਗੀਆਂ, ਉਹਨਾਂ ਨੇ ਇੱਕ ਕੇਸ ਇਹਨਾਂ ਦੇ ਖਿਲਾਫ ਕੀਤਾ ਵਾ ਮਾਨਹਾਨੀ ਦਾ। ਉਹਦੇ ਵਿੱਚ 20 ਸਤੰਬਰ ਨੂੰ ਪੇਸ਼ ਹੋਈ ਆ, ਉਸ ਤੋਂ ਬਾਅਦ ਪੇਸ਼ ਨਹੀਂ ਹੋਈ। ਹੁਣ ਉਹਨਾਂ ਨੇ ਬਕਾਇਦਾ ਤੌਰ ਤੇ ਕੋਰਟ 'ਚ ਇੱਕ ਐਪਲੀਕੇਸ਼ਨ ਦਿੱਤੀ ਆ ਕਿ ਜਿਹੜੀ ਸਿੱਖਾਂ ਤੇ ਟਿੱਪਣੀ ਕੀਤੀ ਉਹ ਵੀ ਮੰਦਭਾਗੀ ਆ। ਦੁਨੀਆ ਭਰ ਦੇ ਸਿੱਖ ਜਿਹੜੇ ਮਹਿਸੂਸ ਕਰ ਰਹੇ ਆ ਵੀ ਇਹ ਕਹਿ ਕੀ ਰਹੀ ਹੈ। ਤੇ ਮੇਰੇ ਵਾਲੇ ਕੇਸ ਦੀ ਵੀ ਜਿਹੜੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਇਹਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਜਾਣ ਤਾਂ ਕਿ ਇਹਨੂੰ ਫੜ ਕੇ ਪੁਲਿਸ ਅਦਾਲਤ 'ਚ ਪੇਸ਼ ਕਰ। ਇਸ ਕਰਕੇ ਕੰਗਣਾ ਦੀਆਂ ਮੁਸ਼ਕਲਾਂ ਵਧੀਆਂ ਜਾਂਦੀਆਂ ਨੇ, ਲੇਕਿਨ ਉਹ ਬਾਰ-ਬਾਰ ਆਪਣੇ ਬਿਆਨ ਤੋਂ ਮੁੱਕਰ ਰਹੀ ਵੀ ਮੈਂ ਕਿਸਾਨਾਂ ਨੂੰ ਕੁਛ ਨਹੀਂ ਕਿਹਾ। ਇਹ ਤੇ ਇੱਕ ਵੀ ਗੱਲ ਕਹੀ ਨਾ ਤੇ ਸਿੱਖਾਂ ਨੂੰ ਮੱਛਰਾਂ ਦੀ ਤਰ੍ਹਾਂ ਕੁਚਲ ਲੱਤਾ ਸੀ ਮੇਰਾ ਖਾਂਦੀ। ਤੇ ਇਹ ਵੀ ਵੇਖ ਲਓ ਕਿ ਫਿਰ ਉਹਨਾਂ ਦਾ ਹੱਥ ਕੀ ਹੋਇਆ ਸੀ। ਇਸ ਕਰਕੇ ਕੰਗਣਾ ਦੀ ਮੁਸ਼ਕਲਾਂ ਵੱਧ ਗਈਆਂ ਨੇ ਤੇ ਕੰਗਣਾ ਹੁਣ ਜਿਹੜੀ ਆ ਆਖਰਕਾਰ ਜਿਹੜੀ ਆ ਉਹ ਭਾਲ ਕੇ ਤੇ ਆ ਗਿਆ ਵਾ।
आखिरकार पुलिस अगे पेश होना पड़ेगा जी। वॉइस ऑफ सिटी 1320 AM 90581313209581131320 नानक सागर पिंड विच साफ सफाई की मिसाल पैदा की है। प्रधान की चोण नानक चबूतरे कोल बैठ के सर्बसम्मति नाल कीती जांदी है। की है मामला? छत्तीसगढ़ का पिंड है जी एक, हाँ बसला तो 8 किलोमीटर दूर जी। इस पिंड दे विच बिल्कुल जो रंग आ वो गेरुआ रंग किया गया। सारे पिंड नूं जिन्ने कर गेरुआ रंग किया। उस पिंड दे विच कदी भी प्रधान दी या सरपंच की चोण नहीं हुंदी। एक चबूतरा वाया बाबे नानक दा जिथे गुरु नानक पातशाह गए सीगे, ਉਹਨੂੰ ਵੀ रंग गेरुआ ਕੀਤਾ ਇਹਨਾਂ ਨੇ। ਉੱਥੇ बैठ के सारे कोई भी मसले अपने निबेड़दे आ तो वो चबूतरे कोल बैठ के झूठ नहीं कोई बोलदा मुड़ के। अच्छा जी। झूठ नहीं बोलदा सी। ਜਦੋਂ ਉਹ ਕਹਿੰਦੇ ਆ ਨਾ ਕੋਈ ਗੱਲ ਹੁੰਦੀ ਚਲੋ ਚੱਲਦੇ ਆ ਬਾਬੇ ਦੇ ਨਾਨਕ ਦੇ ਚਬੂਤਰੇ ਚੱਲਦੇ ਆ ਆਪਾਂ ਕਰ ਲੈਨੇ ਗੱਲ ਸੀ ਆ ਕੇ ਆਪਾਂ ਕੋਈ ਗੱਲ ਨਹੀਂ ਹੈਗੀ। ਉਹ ਚਬੂਤਰੇ ਤੇ ਮੱਥਾ ਵੀ ਟੇਕਦੇ ਨੇ, ਪੂਜਾ ਵੀ ਕਰਦੇ ਨੇ, ਸਭ ਕੁਝ ਕਰਦੇ ਨੇ ਉਹ ਲੋਕ। ਲੇਕਿਨ ਅੱਜ ਤੱਕ ਨਾ ਉੱਥੇ ਪੁਲਿਸ ਗਈ ਆ ਤੇ ਨਾ ਉੱਥੇ ਕਦੀ ਚੋਣ ਹੋਈ ਆ। ਚੋਣ ਵੀ ਸਰਬਸੰਮਤੀ ਨਾਲ ਚਬੂਤਰੇ ਦੇ ਕੋਲ ਬਹਿ ਕੇ ਕਰ ਲੈਂਦੇ ਨੇ ਤੇ ਪੁਲਿਸ ਵੀ ਅਜੇ ਤੱਕ ਨਹੀਂ ਗਈ। बसना थाने च एक भी केस अज तक उस नानक सागर पिंड दा दर्ज नहीं होया। मैं थोड़ा तुहानूं पिछे होर लै चलना। गुजरात दे विच खेड़ा जिला जी एक, खेड़ा जिले दे विच जदों मैं 1980 च उत्थे सीगा ते उदों इह धारणा पाई जांदी सी कि इस जिले दे विच पुलिस नहीं आउंदी कदी। अच्छा थाने जरूर गया इत्थे पिंड पुलिस नहीं जांदी। ਉਹ ਜੇ ਪੁਲਿਸ ਨੂੰ ਫੜ ਜਾਂਦੀ ਤਾਂ ਬੰਦੇ ਨੂੰ ਲੁਕਾ ਵੀ ਲੈਂਦੇ ਆ। अच्छा ਆਪ ਹੀ ਲੁਕਾ ਲੈਂਦੇ ਘਰ ਦੂਜੇ ਘਰ ਤੀਜੇ ਘਰ ਲੁਕਾ ਲੈਂਦੇ ਪੁਲਿਸ ਤੇ ਭੇਜ ਨਹੀਂ ਹੁੰਦੇ ਉਹਨੂੰ। ਹਾਂ ਜੇ ਕਿਸੇ ਨੇ ਕੋਈ ਕ੍ਰਾਈਮ ਕੀਤਾ ਵਾ, ਕ੍ਰਾਈਮ ਤੇ ਪੁਲਿਸ ਨੂੰ ਫੜ ਲਿਆ ਵਾ ਤੇ ਸਾਰੇ ਲੋਕ ਬਾਈਕਾਟ ਕਰ ਦਿੰਦੇ ਹੁੰਦਾ। ਇਹਨੇ ਗਲਤ ਕੰਮ ਕੀਤਾ ਤਾਂ ਬਾਈਕਾਟ ਕਰ, ਉਹਨੂੰ ਮੁੜ ਕੇ ਉਹਦਾ ਇਲਾਕਾ ਛੱਡ ਕੇ ਜਾਣਾ ਭੱਜਣਾ ਪੈਂਦਾ। ਮਤਲਬ ਇਹੋ ਜਿਹੀਆਂ ਧਾਰਨਾਵਾਂ ਲੋਕਾਂ ਦੇ ਵਿੱਚ ਹੈਗੀਆਂ ਨੇ। गुजरात ਦੇ ਵਿੱਚ ਤੇ 2002 ਦੇ ਵਿੱਚ ਆ ਕੇ ਮੋਦੀ ਸਾਹਿਬ ਨੇ ਜੋ ਕੀਤਾ ਵੱਖਰਾ ਕੀਤਾ ਨੇ, ਬਹੁਤ ਸ਼ਾਂਤ ਸਟੇਟ ਸੀ। ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦੀਆਂ ਸੜਕਾਂ ਏਡੀਆਂ ਵਧੀਆ ਸੀ ਚਾਵਲਾ ਸਾਹਿਬ ਕਿ ਤੁਸੀਂ ਬੱਸ 'ਚ ਬੈਠੇ ਹੋ ਨਾ, ਸੁੱਤੇ ਪਏ ਹੋ, ਤੁਹਾਨੂੰ ਕੋਈ ਆਸ ਨਹੀਂ ਆਏਗੀ, ਕੋਈ ਝਟਕਾ ਨਹੀਂ ਲੱਗੇਗਾ। ਬੱਸਾਂ ਵੀ ਸਾਰੀਆਂ ਸਟੇਟ ਟਰਾਂਸਪੋਰਟ ਦੀਆਂ ਤੇ ਬਕਾਇਦਾ ਤੌਰ ਤੇ ਜਦੋਂ ਉਹ ਬੱਸ ਉੱਥੋਂ ਰਾਜਸਥਾਨ ਜਾਂ ਮਹਾਰਾਸ਼ਟਰ ਦਾਖਲ ਹੁੰਦੀ ਹੈ ਤੇ ਬੱਸ ਉਹਨੇ ਖੜਖੜ ਕਰਨ ਲੱਗ ਪਈ। ਤੁਸੀਂ ਸਮਝਦੇ ਹੋ ਕਿ ਹੁਣ ਗੁਜਰਾਤ ਲੰਘ ਗਿਆ ਵਾ, ਕੋਈ ਹੋਰ ਦੇਸ਼ ਆ ਗਿਆ। ਉਦੋਂ ਫਿਰ ਨੀਂਦ ਪੂਰੀ ਹੋ ਜਾਂਦੀ, ਬੈਠੋ ਵੀ ਹੁਣ ਖਾਣਾ ਪੀਣਾ ਹਜਮ ਹੋ ਜਾਣਾ। ਉਦੋਂ ਫਿਰ ਰੋਡਵੇਜ਼ ਦੀਆਂ ਲਾਰੀਆਂ ਧੱਕੇ ਲਾਉਣ ਤੋਂ ਆ ਰਹੀਆਂ, ਉਹਦਾ ਹਿਸਾਬ ਹੋ ਜਾਂਦਾ। ਅੱਛਾ, ਸ਼੍ਰੋਮਣੀ ਅਕਾਲੀ ਦਲ ਨਾ ਬੂਹੇ ਤੇ ਨਾ ਬਾਰੀਆਂ, ਅੱਗੇ ਬੈਠਾ ਡਰਾਈਵਰ ਤੇ ਪਿੱਛੇ ਧੱਕਾ ਹੋ ਸਵਾਰੀਆਂ। ਸ਼੍ਰੋਮਣੀ ਅਕਾਲੀ ਦਲ ਬਾਦਲ, ਵੈਸੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਕੋ ਕੇ ਲੀਡ ਕਰ ਰਿਹਾ, ਅੱਜ ਮਨਾਉਣ ਜਾ ਰਿਹਾ ਅਕਾਲੀ ਦਲ ਦਾ 101ਵਾਂ ਸਾਲਾਨਾ। ਮਮਤਾ ਤੇ ਮਾਇਆਵਤੀ ਤੇ ਹੋਰ ਵੱਡੇ ਵੱਡੇ ਨਾਂ ਸ਼ਾਮਲ ਹੋਣੇ ਸਨ, ਪਰੰਤੂ ਐਨ ਮੌਕੇ ਤੇ ਨਹੀਂ ਹੋ ਰਹੇ। ਕੀ ਕਹਿਣਾ ਚਾਹੋਗੇ? ਵੇਖੋ, ਜਿਹੜੀ ਮਮਤਾ ਨੇ ਕੋਸ਼ਿਸ਼ ਕੀਤੀ ਸੀ ਉਹਦੀ ਕੋਸ਼ਿਸ਼ ਨਾਕਾਮ ਹੋ ਗਈ। ਉਹ ਬਕਾਇਦਾ ਤੌਰ ਤੇ ਬੰਬੇ ਗਈ। ਬੰਬੇ ਜਾ ਕੇ ਸ਼ਰਦ ਪਵਾਰ ਨੂੰ ਮਿਲੀ। ਸ਼ਰਦ ਪਵਾਰ ਨੇ ਗੋਲਮੋਲ ਗੱਲ ਕੀਤੀ। ਉਦੋਂ ਠਾਕੇ ਬਾਰੇ ਤਾਂ ਪਹਿਲਾਂ ਗੱਲ ਕਰ ਚੁੱਕੇ ਸੀ। ਉਹਨੇ ਬੁਲਾਤਾ ਜੀ ਮੇਰੇ ਮੈਂ ਠੀਕ ਨਹੀਂ ਹੈਗਾ, ਬਿਮਾਰੀ ਦਾ ਬਹਾਨਾ ਲਾ ਕੇ ਉਹਨੇ ਮਿਲਣ ਤੋਂ ਇਨਕਾਰ ਕਰਤਾ। ਸੰਜੇ ਰਾਊਤ ਨੂੰ ਮਿਲੀ, ਇੱਕ ਦੋ ਲੀਡਰਾਂ ਨੂੰ ਮਿਲੀ। ਉਹਨਾਂ ਨੇ ਕਹਿਤਾ ਬੀਬੀ ਏਦਾਂ ਕੰਮ ਨਹੀਂ ਚੱਲਦਾ, ਚਲਾਉਣੀ। संजय राउत ने बकायदा तौर पे मिल के अपने राहुल गांधी को कहता भी वेखो जी माइनस जी कांग्रेस जी कोई सामना नहीं कर सकता अकाली अपने भाजपा का। जे भाजपा सामना करते कांग्रेस को ना रखना पऊगा। वो बाद से टिप्पणी बकायदा तौर पर शरद पवार ने करती। अज भी 300 सीटां के उत्ते जी कांग्रेस सीधे रूप से भाजपा ने सीधी आ 300 सीटां लोक सभा दी 13 करोड़ की वोटां ने 30% वोट अज भी कांग्रेस के कोल हैगी है। हुण इन्हां ने कोशिश की कीती, तुहानूं पता होए ओम प्रकाश चटाला ते सरदार प्रकाश सिंह बादल की गल एक ही है। ओम प्रकाश चटाला ने बुलाया सी बकायदा तौर पर नीतीश कुमार नूं कि आपां तीसरा फ्रंट बनाइए माइनस कांग्रेस। उन्होंने भी कोशिश की ते ममता ने भी कोशिश की।
ਇਹਨਾਂ ਦੇ ਪਿੱਛੇ ਸ਼ਕਤੀ ਕਿਹੜੀ ਆ? ਇੱਕੋ ਹੀ, ਪ੍ਰਸਾਦ ਭੂਸ਼ਣ। ਜਦੋਂ ਉਹ ਪੀਕੇ ਪਿੱਛੇ ਆ, ਉਹ ਪੀਕੇ ਗਲਤ ਗਾਈਡ ਕਰਦਾ, ਉਹ ਕਹਿੰਦਾ ਮੈਂ ਕਾਂਗਰਸ ਦਾ ਬੇੜਾ ਗਰਕ ਕਰਨਾ। ਮਤਲਬ ਜਿਹੜੀ ਭਾਸ਼ਾ ਉਹ ਵਰਤ ਰਿਹਾ ਨਾ ਆਪਣੀ ਭਾਜਪਾ ਕਿ ਕਾਂਗਰਸ ਮੁਕਤ ਅਸੀਂ ਜਿਹੜਾ ਦੇਸ਼ ਨੂੰ ਕਰਨਾ, ਉਸੇ ਤੇ ਹੁਣ ਸਾਰਿਆਂ ਨੇ ਮਮਤਾ ਨੇ ਸਾਥ ਨਹੀਂ ਦਿੱਤਾ ਕਿਸੇ ਦਾ। ਮਮਤਾ ਕੱਲੀ ਰਹਿ ਗਈ, ਕੱਲੀ ਰਹਿਣ ਕਰਕੇ ਇਹਨਾਂ ਬੁਲਾਇਆ ਸੀ ਬਕਾਇਦਾ ਤੌਰ ਤੇ ਵੀ ਮਮਤਾ ਨੂੰ ਸਾਡੀ ਕਿੱਲੀ ਚਾਲਾਂ ਦੀ ਰੈਲੀ ਚ ਆ। ਉੱਥੇ ਮਾਇਆਵਤੀ ਨੂੰ ਕਿਹਾ ਸਾਡਾ ਅਲਾਇੰਸ ਤੁਸੀਂ ਵੀ ਆਓ ਉੱਥੇ, ਤੇ ਚੰਦਰ ਬਾਬੂ ਨਾਇਡੂ ਨੂੰ ਕਿਹਾ ਤੁਸੀਂ ਵੀ ਆਓ ਉੱਥੇ, ਤੇ ਜਿਹੜੇ ਚੌਟਾਲਾ ਸਾਹਿਬ ਦੇ ਘਰ ਦੇ ਬੰਦੇ ਉੱਥੇ ਆ ਹੀ ਜਾਣਗੇ। ਉੱਥੇ ਅੱਜ ਪਤਾ ਲੱਗਾ ਵੀ ਇਹਨਾਂ ਚ ਕੋਈ ਵੀ ਆਗੂ ਨਹੀਂ ਆ ਰਿਹਾ। ਜਿਹੜੇ ਸਿਰਫ ਤੇ ਸਿਰਫ ਜਿਹੜੇ ਜਨਰਲ ਸਕੱਤਰ ਨੇ ਸਤੀਸ਼ ਮਿਸ਼ਰ ਬੀਜੇਪੀ ਬਸਪਾ ਦੇ, ਉਹ ਉੱਥੇ ਆਉਣਗੇ, ਹੋਰ ਕੋਈ ਨਹੀਂ ਆ ਰਿਹਾ। ਇਹਦਾ ਮਤਲਬ ਵੀ ਉਹ ਜਿਹੜੀਆਂ ਪਹਿਲੀਆਂ ਗੱਲਾਂ ਖਤਮ ਹੋ ਗਈਆਂ। ਕਿੱਲੀ ਚਾਲਾਂ ਦੀ ਭਰਵੀਂ ਰੈਲੀ ਜਿਹੜੀ ਆ ਉਹ ਫੈਸਲਾ ਕਰੇਗੀ ਕਿ ਗਾਂ ਸਰਕਾਰ ਕਿਸ ਪਾਸੇ ਨੂੰ ਜਾਂਦੀ ਹੈ ਤੇ ਅਕਾਲੀ ਦਲ ਕਿੱਥੇ ਖੜਾ। ਜੀ ਜੀ। ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿੱਲੀ ਚਾਲਾਂ ਦੀ ਰੈਲੀ ਤੇ ਆਪਣੀ ਦੁਬਾਰਾ ਫਿਰ ਅਪੁਆਇੰਟ ਕਰਨਗੇ ਵੀ ਸਾਡੇ ਸੀਐਮ ਦਾ ਚਿਹਰਾ ਵਿੱਚ ਪ੍ਰਚਾਰ ਕਰਨਗੇ। ਲੇਕਿਨ ਉਹਨਾਂ ਦੀ ਜਿੰਨੀ ਕੁ ਉਮਰ ਆ, ਤੇ ਮੈਂ ਸੋਚਦਾ ਪ੍ਰਚਾਰ ਪ੍ਰਚੂਰ ਕਰਨਾ ਉਹਨਾਂ ਦੇ ਵੱਸ ਦਾ ਰੋਕ ਨਹੀਂ ਹੈਗਾ। ਇਹ ਬੇਸ਼ੱਕ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਲੇਕਿਨ ਕਿੱਲੀ ਚਾਲਾਂ ਜਿਹੜੀ ਰੈਲੀ ਹੋ ਰਹੀ ਆ, ਇਹਨਾਂ ਨੇ ਕਿਹਾ 40 ਏਕੜ ਚ ਬਕਾਇਦਾ ਤੌਰ ਤੇ ਪੰਡਾਲ ਲਾਇਆ ਵਾ, 60 ਏਕੜ ਚ ਪਾਰਕਿੰਗ ਹੋਏਗੀ, ਬਕਾਇਦਾ ਤੌਰ ਤੇ ਇਹਨਾਂ ਨੇ ਕਿਹਾ 4 ਲੱਖ ਬੰਦਾ ਸ਼ਾਮਲ ਹੋਏਗਾ। 4 ਲੱਖ ਬੰਦਾ ਸ਼ਾਮਲ ਹੋ ਗਿਆ ਤੇ ਫਿਰ ਅਕਾਲੀ ਦਲ ਦੀ ਸਰਕਾਰ ਬਣ ਗਈ, ਫਿਰ ਕੋਈ ਰੋਕ ਨਹੀਂ ਸਕਦਾ। ਤੇ ਜੇ ਨਾ ਸ਼ਾਮਲ ਹੋਇਆ, 40,000 ਹੋਇਆ, ਤੇ ਫਿਰ ਫੈਸਲਾ ਲੋਕ ਆਪੇ ਕਰ ਲੈਣਗੇ। 4 ਲੱਖ, ਚਲੋ ਦੇਖਦੇ हैं कि आगे होता है क्या। पाटिल साहब, नरेंद्र मोदी साहब जो भारतीय प्रधानमंत्री ने इस महीने के अखीर ਦੇ ਵਿੱਚ ਉਹ ਪਟਿਆਲੇ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਜਾਂ ਰੈਲਾ ਕਰਨ ਜਾ ਰਹੇ ਨੇ। ਪੰਜਾਬ ਨੂੰ ਪੈਕੇਜ ਦੇਣ ਦੇ ਨਾਲ ਕਈ ਵੱਡੇ ਕਾਂਗਰਸੀ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਨੇ, ਜਿਨ੍ਹਾਂ ਦੇ ਨਾਮ ਕੁਸਰ ਮੁਸਰਤਾ ਹੋ ਰਹੀ ਹੈ। ਸੈਕੰਡ ਇਹ ਵੀ ਖਬਰ ਕੁਸਰ ਮੁਸਰ ਹੋ ਰਹੀ ਹੈ ਕਿ ਜਿਹੜਾ ਪੰਜਾਬ ਦਾ ਕਰਜ਼ਾ ਹੈ, ਹਾਂਜੀ, ਪੰਜਾਬ ਦੇ ਸਿਰ ਚੜਿਆ ਹੋਇਆ ਕਰਜ਼ਾ, ਉੱਤੇ ਵੀ ਕੋਈ ਅਨਾਊਂਸਮੈਂਟ ਕੀਤੀ ਜਾ ਸਕਦੀ। ਕਰਦੇ ਜਾਂ ਨਹੀਂ ਕਰਦੇ, ਪਰੰਤੂ ਸੋਸ਼ਲ ਨੈਟਵਰਕ ਮੀਡੀਆ ਦੀ ਕਿਉਂਕਿ ਕੁਸਰ ਮੁਸਰ ਨੂੰ ਲੈ ਲਿਆ ਜਾਣਾ ਚਾਹੀਦਾ, ਨਾਲ ਗੱਲਬਾਤ ਦੇ ਵਿੱਚ ਸ਼ਾਮਲ ਕਰ ਲੈਣਾ ਚਾਹੀਦਾ। ਕਿਉਂਕਿ ਆਈਕੇ ਗੁਜਰਾਲ ਵੇਲੇ ਵੀ ਕਰਜ਼ਾ ਮਾਫ ਹੋਇਆ ਸੀ, ਪਤਾ ਨਹੀਂ ਹੋਇਆ ਜਾਂ ਨਹੀਂ ਹੋਇਆ, ਪਰੰਤੂ ਰਾਜਨੀਤਿਕ ਜਿਹੜੇ ਲੋਕ ਨੇ ਉਹ ਗੋਲੀਆਂ ਖੱਟੇ ਮਿੱਟੇ ਜਿਹੜੇ ਨੇ ਪੈਕੇਜ ਲੈ ਕੇ ਆਉਂਦੇ ਹੁੰਦੇ ਨੇ। ਕੀ ਕਹਿਣਾ ਚਾਹੋਗੇ? ਖਬਰ ਸਾਂਝੀ ਕਰਨਾ ਇੱਕ, ਅੱਜ ਫਿਰ ਸੁਨਾਰੀਆ ਜੇਲ੍ਹ ਦੇ ਵਿੱਚ ਰਾਮ ਰਹੀਮ ਨੂੰ ਪੁੱਛ ਪੜਤਾਲ ਵਾਸਤੇ ਜਿਹੜੀ ਸਿੱਟ ਆ ਉਹ ਚੰਡੀਗੜ੍ਹ ਤੋਂ ਰਵਾਨਾ ਹੋ ਚੁੱਕੀ ਹੈ। ਅੱਜ ਫਿਰ ਉਹਦੀ ਪੁੱਛ ਪੜਤਾਲ ਕੀਤੀ ਜਾਵੇਗੀ। ਤੁਹਾਨੂੰ ਪਤਾ ਹੋਏਗਾ ਬੀਤੇ ਦਿਨੀ PR ਨੈਨ ਜਿਹੜਾ ਡਾਕਟਰ ਆ ਉਹਦੇ ਕੋਲ ਪੁੱਛ ਪੜਤਾਲ ਕਰਕੇ ਡੇਰੇ ਚ ਆਏ ਸੀ ਤੇ ਇਹ ਉਹਨੂੰ ਸਵਾਲ ਲਿਖ ਕੇ ਦੇ ਕੇ ਆ ਕੇ ਸੀ ਇਹ ਸਵਾਲਾਂ ਦਾ ਲਿਖਤੀ ਜਵਾਬ ਦਿੰਦੇ। ਉਹਨੇ ਜਵਾਬ ਤੇ ਦਿੱਤਾ ਨਹੀਂ, ਲੇਕਿਨ ਸਿੱਟ ਹੁਣ ਉਹਨੂੰ ਕੀ ਪੁੱਛਣਗੇ ਇਹ ਹੁਣ ਸ਼ਾਮਾਂ ਨੂੰ ਪਤਾ ਲੱਗੇਗਾ। ਸ਼ਾਮਾਂ ਨੂੰ IG ਸਾਹਿਬ ਪ੍ਰੈਸ ਕਾਨਫਰੰਸ ਕਰਨਗੇ ਉਹ, ਤੇ ਉਹ ਦੱਸਣਗੇ ਵੀ ਕੀ ਪੁੱਛ ਪੜਤਾਲ ਹੋਈ ਤੇ ਕਿੰਨੇ ਸਵਾਲ ਪੁੱਛੇ ਤੇ ਕੀ ਉਹਨੇ ਜਵਾਬ ਦਿੱਤੇ। ਪਹਿਲਾਂ ਵੀ ਉਹਨੇ ਕਿ ਇਹਨਾਂ ਨੂੰ ਪੱਲਾ ਨਹੀਂ ਸੀ ਫੜਾਇਆ, ਕਹਿੰਦਾ ਮੈਨੂੰ ਕੀ ਪਤਾ, ਜਾ ਕੇ ਪ੍ਰਬੰਧਕ ਕਮੇਟੀ ਦੇ ਪਿਛਲੇ ਪ੍ਰਬੰਧ ਕਰ ਦਿੰਦੀ, ਮੈਨੂੰ ਤੇ ਜਾਣਕਾਰੀ ਜਿਹੜੀ ਗੱਲ ਤੁਸੀਂ ਪੁੱਛਣ ਤੇ ਜਾਣਕਾਰੀ ਕੋਈ ਨਹੀਂ ਹੈਗੀ। ਹੁਣ ਦੂਜੇ ਪਾਸੇ ਚੱਲਦੇ ਜਿਹੜੀ ਗੱਲ ਤੁਸੀਂ ਪੁੱਛੀ ਹੈ, ਇਹ ਚਰਚਾ ਹੈ ਜੀ। ਅੱਜ ਬਕਾਇਦਾ ਤੌਰ ਤੇ ਇਹਨਾਂ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਆ, ਉਹਦੇ ਚ ਫੈਸਲਾ ਹੋਣਾ ਕਿ ਪ੍ਰਧਾਨ ਮੰਤਰੀ ਪੰਜਾਬ ਜਾਣਗੇ ਜਾਂ ਨਹੀਂ ਜਾਣਗੇ। ਸਮਾਂ ਥੋੜਾ ਪੋਸੀਬਿਲਿਟੀ ਬਹੁਤ ਘੱਟ ਆ, ਲੇਕਿਨ ਪੰਜਾਬ ਦੀ ਭਾਜਪਾ ਚਾਹੁੰਦੀ ਕਿ ਪ੍ਰਧਾਨ ਮੰਤਰੀ ਸਾਹਿਬ ਇੱਥੇ ਆ ਕੇ ਕੋਈ ਨਾ ਕੋਈ ਅਨਾਊਂਸਮੈਂਟ ਕਰ ਦੇਣ ਕਿ ਚੋਣਾਂ ਸਾਨੂੰ ਕੋਈ ਥੋੜਾ ਬੜਾ ਫਾਇਦਾ ਹੋ ਸਕੇ। ਲੇਕਿਨ ਜਿਹੜੀ ਕਰਜ਼ੇ ਦੀ ਗੱਲ ਕਰਦੇ ਆ ਤੁਸੀਂ, ਇੰਦਰ ਕੁਮਾਰ ਗੁਜਰਾਲ ਦੀ ਗੱਲ ਕੀਤੀ, ਉਹਨਾਂ ਨੇ ਕਿਹਾ ਸੀ ਕਰਜ਼ਾ ਮਾਫ ਕਰ ਦਿਆਂਗੇ, ਲੇਕਿਨ ਉਸ ਟਾਈਮ ਤੇ ਜਿਹੜੀਆਂ ਮਜਬੂਰੀਆਂ ਸੀ ਉਹਨਾਂ ਦੀਆਂ ਆਪਣੀਆਂ, ਉਹਨਾਂ ਮਜਬੂਰੀਆਂ ਨੂੰ ਲੈ ਕੇ ਉਹਨਾਂ ਨੇ ਵੀ ਬਕਾਇਦਾ ਤੌਰ ਤੇ ਸਿਰ ਤੇ ਕੁਝ ਸਮੇਂ ਦਾ ਵਿਆਜ ਮਾਫ ਕੀਤਾ ਸੀ, ਕਰਜ਼ਾ ਮਾਫ ਨਹੀਂ ਸੀ ਕੀਤਾ। 1994 ਜਦੋਂ ਜਿਹੜੇ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਆਏ ਸੀ ਪਠਾਨਕੋਟ, ਉਹਨਾਂ ਨੇ ਇੰਨੀ ਗੱਲ ਕਹੀ ਸਟੇਜ ਤੋਂ ਅਸੀਂ ਪੰਜਾਬ ਦਾ ਕਰਜ਼ਾ ਮਾਫ ਕਰਨ ਦਾ ਫੈਸਲਾ ਕੀਤਾ। ਉਦੋਂ ਕਰਜ਼ਾ ਵੀ ਸਾਰਾ 5,000 ਰੁਪਇਆ ਸੀ, 5,000 ਕਰੋੜ ਸੀ। ਤੇ ਮੁੜ ਕੇ ਬਾਅਦ ਜਦੋਂ ਉਹਨੂੰ ਗਏ ਸੀ ਮਿਲਣ ਵਾਸਤੇ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਜੈਨ ਸਿੰਘ ਹੋਣੀ, ਉਹਨਾਂ ਨੇ ਇਹ ਕਹਿ ਕੇ ਪੱਲਾ ਝਾੜਤਾ ਸੀ ਫੈਸਲਾ ਕੀਤਾ ਨਾ, ਅਜੇ ਐਲਾਨ ਨਹੀਂ ਕੀਤਾ, ਅਜੇ ਕੋਈ ਮਾਫ ਤੇ ਨਹੀਂ ਕੀਤਾ ਨਾ, ਫੈਸਲਾ ਕੀਤਾ ਕੋਈ ਵੀ ਨਹੀਂ, ਫੈਸਲਾ ਕੀਤਾ ਸੋਚਣਾ ਕੀ ਕਰਨਾ।
ਮਤਲਬ ਉਹਨਾਂ ਦੀ ਆਪਣੀ ਭਾਸ਼ਾ ਦੇ ਵਿੱਚ ਹੀ ਦੋਗਲਾਪਨ ਸੀਗਾ। ਇਸ ਵੇਲੇ ਜੀ ਪ੍ਰਧਾਨ ਮੰਤਰੀ ਤੁਸੀਂ ਗੱਲ ਕਰਦੇ, ਇਹਨਾਂ ਦੀ ਇਹ ਗੱਲ ਤਾਂ ਹੈਗੀ ਆ, ਜਿਹੜੀ ਗੱਲ ਇਹ ਕਹਿ ਦਿੰਦੇ ਆ ਉਹ ਬਕਾਇਦਾ ਤੌਰ ਤੇ ਇੰਪਲੀਮੈਂਟ ਹੋ ਜਾਂਦੀ ਹੈ। ਜਦੋਂ ਵਾਜਪਾਈ ਸਾਹਿਬ ਬਕਾਇਦਾ ਤੌਰ ਤੇ ਇੱਕ ਵਾਰੀ ਪ੍ਰਧਾਨ ਮੰਤਰੀ ਸਨ ਤੇ ਜਿਹੜੀ ਮੇਰਠ ਦੀ ਜਿਹੜੀ ਕਾਟਨ ਇੰਡਸਟਰੀ ਆ ਉੱਥੇ ਜਾ ਕੇ ਬੋਲੇ ਸੀ ਤੇ ਉਹਨਾਂ ਮੰਗ ਪੱਤਰ ਦਿੱਤਾ ਸੀ। ਮੰਗ ਪੱਤਰ ਪੜ੍ਹ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਅਸੀਂ ਤੁਹਾਨੂੰ 400 ਕਰੋੜ ਦਾ ਪੈਕੇਜ ਦਿੰਦੇ ਆ। ਤੇ ਜਦੋਂ ਮੀਟਿੰਗ ਦੇ ਵਿੱਚ ਵਿੱਤ ਮੰਤਰੀ ਲੈ ਕੇ ਆਇਆ ਜੀ, ਕਹਿੰਦਾ ਜੀ ਆਪਾਂ ਦੇ ਨਹੀਂ ਸਕਦੇ। ਕਹਿੰਦਾ ਪ੍ਰਧਾਨ ਮੰਤਰੀ ਦਾ ਆਰਡਰ ਆ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ, ਤੁਸੀਂ ਕਿਵੇਂ ਨਹੀਂ ਦੇ ਸਕਦੇ? ਜਿੱਦਾਂ ਮਰਜ਼ੀ ਬਣਾਓ ਉਹਨੂੰ ਤੇ ਦੇਣਾ ਪਊਗਾ ਉਹਨਾਂ ਨੂੰ। ਤੇ ਮੋਦੀ ਸਾਹਿਬ ਤੋਂ ਉਹਨਾਂ ਨੂੰ ਕਿਤੇ ਸਟਰੋਂਗ ਨੇ। ਇਸ ਕਰਕੇ ਜੇ ਮੋਦੀ ਸਾਹਿਬ ਆਉਂਦੇ ਆ ਤੇ ਜੇ ਕੋਈ ਕਮਿਟਮੈਂਟ ਕਰਨਗੇ ਤੇ ਮੇਰਾ ਖਿਆਲ ਕੋਈ ਜ਼ਰੂਰ ਕਰਨਗੇ। ਲੇਕਿਨ ਹਾਲ ਦੀ ਘੜੀ ਪੰਜਾਬ ਆਉਣ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ। ਚਰਚਾਵਾਂ ਜ਼ਰੂਰ ਹੈਗੀਆਂ। ਰਾਤੀ ਮੇਰੀ ਇੱਕ 10 ਵਜੇ ਕਿਸੇ ਮੈਂਬਰ ਨਾਲ ਗੱਲ ਹੋਈ ਸੀ ਇਹਨਾਂ ਦੇ ਦਿੱਲੀ। ਉਹ ਕਹਿੰਦਾ ਸੀ ਕਿ ਮੈਂ ਤਾਂ ਨਹੀਂ ਆ ਰਿਹਾ ਜੀ, ਲੇਕਿਨ ਅਜੇ ਗੱਲਬਾਤ ਚੱਲਦੀ ਹੈ। ਕੱਲ ਮੈਂ ਦਫ਼ਤਰ ਗਿਆ ਸੀ, ਦਫ਼ਤਰ ਗੱਲਬਾਤ ਹੋ ਰਹੀ ਸੀ ਵੀ ਜਾਣਾ ਕਿ ਨਹੀਂ ਜਾਣਾ। ਇਹ ਕਨਫਰਮ ਨਹੀਂ ਹੈ ਜੀ, ਕੋਈ ਬਹੁਤਾ ਮਤਲਬ ਇਹਦੇ ਬਾਰੇ ਕਨਫਰਮੇਸ਼ਨ ਕੋਈ ਨਹੀਂ ਹੈਗੀ। ਅੱਜ ਦੀ ਮੀਟਿੰਗ ਤੇ ਹੀ ਤੁਹਾਨੂੰ ਸ਼ਾਮਾਂ ਦੱਸ ਸਕਦੇ ਹਾਂ ਕਿ ਕੀ ਫੈਸਲਾ ਹੋਇਆ ਵਾ, ਲੇਕਿਨ ਚਾਂਸਸ ਘੱਟ ਨੇ। ਕਾਂਗਰਸ ਦਾ ਜੇਕਰ ਵੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜਾ ਉਹ ਦਿਨ ਬ ਦਿਨ ਕਾਂਟੋ ਕਲੇਸ਼ ਜਿਹੜਾ ਹੈ, ਜਿਸ ਤਰੀਕੇ ਦੇ ਨਾਲ ਹੁਣ ਵਾਧਾ ਜਾ ਰਿਹਾ, ਜਾਂ ਕਮੇਟੀ ਇੱਕ ਬਣੀ ਜਿਹੜੀ ਉਹਦੇ ਵਿੱਚ ਸਿੱਧੂ ਨੂੰ ਫੇਰ ਇੱਕ ਵਾਰੀ ਉਹਦੀ ਬੱਲੇ ਬੱਲੇ ਹੋ ਗਈ ਹੈ। ਕਾਂਗਰਸ ਵੱਲੋਂ ਪੰਜਾਬ ਜਿਹੜੀ ਚੋਣ ਪ੍ਰਚਾਰ ਕਮੇਟੀ ਦੇ ਥਾਪੇ ਗਏ ਨਾਲ ਚੇਅਰਮੈਨ ਸੁਨੀਲ ਜਾਖੜ ਸਾਹਿਬ 15 ਦਸੰਬਰ ਨੂੰ ਚੰਡੀਗੜ੍ਹ 'ਚ ਕਹਿੰਦੇ ਮੀਟਿੰਗ ਕਰਨ ਜਾ ਰਹੇ ਨੇ। ਬਿਲਕੁਲ ਜੀ, ਵੇਖੋ ਜੋ ਮਰਜ਼ੀ ਲੋਕੀ ਕਹੀਏ ਨਾ, ਆਪਾਂ ਪਹਿਲੇ ਦਿਨ ਤੋਂ ਕਹਿੰਦੇ ਹਾਂ ਕਿ ਜਿਹੜਾ ਸੁਨੀਲ ਜਾਖੜਾ ਉਹ ਬਕਾਇਦਾ ਤੌਰ ਤੇ ਜੱਦੀ ਪੁਸ਼ਤੀ ਕਾਂਗਰਸੀ ਆ। ਬਿਲਕੁਲ, ਉਹਦਾ ਦਾਦਾ ਕਾਂਗਰਸੀ, ਉਹਦਾ ਬਾਬਾ ਕਾਂਗਰਸੀ, ਉਹ ਆਪ ਕਾਂਗਰਸੀ, ਉਹਦਾ ਫਾਦਰ ਕਾਂਗਰਸੀ, ਸਾਰੇ ਕਾਂਗਰਸੀ ਨੇ। ਇਸ ਕਰਕੇ ਉਹਦੀ ਕਾਂਗਰਸ ਜਿੰਨੀ ਬੜੀ ਮੁਸ਼ਕਲ ਆ। ਫਿਰ ਅਗਲੀ ਗੱਲ ਕਹਿ ਦਈਏ ਐਤਕੀ ਉਹਦਾ ਵੋਟ ਤੋਂ ਜਿੱਤਣਾ ਵੀ ਸੌਖਾ ਵਾ, ਕਿਉਂਕਿ ਐਤਕੀ ਬੀਜੇਪੀ ਤੇ ਅਕਾਲੀ ਦਲ ਵੱਖੋ ਵੱਖਰੀ ਇਲੈਕਸ਼ਨ ਲੜਨਗੇ। ਬੀਜੇਪੀ ਨੂੰ ਐਤਕੀ ਬੀਜੇਪੀ ਦੀ ਵੋਟ ਨਹੀਂ ਮਿਲਣੀ ਤੇ ਅਕਾਲੀਆਂ ਨੂੰ ਐਤਕੀ ਬੀਜੇਪੀ ਦੀ ਨਹੀਂ ਮਿਲਣੀ। ਇਸ ਕਰਕੇ ਐਤਕੀ ਜਿੱਤਣ ਦੇ ਚਾਂਸ ਉਹਨਾਂ ਦੇ ਬਹੁਤ ਜ਼ਿਆਦਾ ਨੇ। ਇਸ ਕਰਕੇ ਕਿਉਂ ਛੱਡਣਗੇ ਉਹ? ਉਹਨਾਂ ਨੂੰ ਇਸੇ ਕਰਕੇ ਕੰਪੇਨ ਕਮੇਟੀ ਦਾ ਚੇਅਰਮੈਨ ਬਣਾਇਆ ਸੀ, ਭਾਈ ਤੁਸੀਂ ਕੰਮ ਕਰੋ ਤਕੜੇ ਹੋ ਕੇ। ਲੇਕਿਨ ਉਹਨਾਂ ਨੇ ਆਪਣੀ ਪੜਾਸ ਪਹਿਲਾਂ ਪੂਰੀ ਕੱਢੀ ਟਵਿੱਟਰ ਦੇ ਉੱਤੇ, ਗੱਲ ਨਹੀਂ ਘੱਟ ਕੀਤੀ ਆ। ਹੁਣ ਉਹਨਾਂ ਨੇ 15 ਤਰੀਕ ਨੂੰ ਬਕਾਇਦਾ ਤੌਰ ਤੇ ਜਿਹੜਾ ਚੰਡੀਗੜ੍ਹ ਦਫ਼ਤਰ ਕਾਂਗਰਸ ਭਵਨ, ਉੱਥੇ ਬਕਾਇਦਾ ਤੌਰ ਤੇ ਕੰਪੇਨ ਕਮੇਟੀ ਦੀ ਮੀਟਿੰਗ ਬਣਾ ਲਈ ਕਿ ਆਪਾਂ ਕੰਪੇਨ ਕਿਵੇਂ ਕਰਨੀ ਹੈ। ਉਹ ਤੇ ਚੰਨੀ ਵੀ ਸ਼ਾਮਲ ਹੋਣਗੇ, ਸਿੱਧੂ ਵੀ ਸ਼ਾਮਲ ਹੋਣਗੇ, ਬਾਜਵਾ ਵੀ ਸ਼ਾਮਲ ਹੋਣਗੇ, ਸਾਰੇ ਸ਼ਾਮਲ ਹੋਣਗੇ ਜੀ। ਹੁਣ ਜਦੋਂ ਉਹ ਸ਼ੁਰੂ ਕਰ ਦਿੱਤੀ ਕੰਪੇਨ ਉਹਨਾਂ ਨੇ, ਤੇ ਦੂਜੇ ਪਾਸੇ ਜਿਹੜੇ ਸਾਡੇ ਮਾਨਯੋਗ ਸਿੱਧੂ ਸਾਹਿਬ ਆ, ਉਹ ਕੋਈ ਨਾ ਕੋਈ ਜਿਹੜਾ ਵੰਝ ਖੜਾ ਛੱਡਦੇ ਨੇ। ਤੇ ਜੇ ਇਹ ਕਹਿ ਲਈਏ ਕਿ ਇਕੱਲੇ ਰਹਿ ਕੇ ਉਹ ਕੋਈ ਤਰੱਕੀ ਕਰ ਲੈਣਗੇ, ਮੁਸ਼ਕਲ ਆ। ਕੇਜਰੀਵਾਲ ਸਾਹਿਬ ਜਦੋਂ ਬਕਾਇਦਾ ਤੌਰ ਤੇ ਮੁੱਖ ਮੰਤਰੀ ਬਣੇ ਸੀ, ਉਹਨਾਂ ਨੇ ਇੰਨੀ ਗੱਲ ਕਹੀ ਸੀ, ਚਿੱਕੜ ਨੂੰ ਸਾਫ਼ ਕਰਨਗੇ ਤੇ ਚਿੱਕੜ 'ਚ ਵੜਨਾ ਪੈਂਦਾ। ਤੇ ਜੇ ਤੁਸੀਂ ਕੰਢੇ ਤੇ ਕਹਿ ਕੇ ਬਹਿ ਕੇ ਕਹੋਗੇ ਕਿ ਅਸੀਂ ਚਿੱਕੜ ਸਾਫ਼ ਕਰ ਲਈਏ, ਉਹ ਨਹੀਂ ਹੋਣਾ। ਤੁਸੀਂ ਕਹਿੰਦੇ ਮੇਰੇ ਵਰਗਾ ਮੈਂ ਇਮਾਨਦਾਰ ਆ, ਇਮਾਨਦਾਰੀ ਤੁਹਾਡੀ ਕਿ ਚੱਟਣਾ ਨਹੀਂ ਜੇ ਕਿੰਨਾ ਲਾ ਕੇ ਨਹੀਂ ਖਾਓਗੇ ਜੀ। ਬਿਲਕੁਲ, ਨਾਲੇ ਕਾਂਗਰਸ ਦਾ ਕਲਚਰ ਆ, ਜੇ ਕੱਲ ਨੂੰ ਤੁਸੀਂ ਮੁੱਖ ਮੰਤਰੀ ਬਣ ਜਾਂਦੇ ਕਿਸੇ ਨੂੰ ਲਾ ਕੇ ਨਾ ਖਾਧੀ ਤੇ ਸਾਰੇ ਐਮਐਲਏ ਦਿੱਲੀ ਪੁੱਜਣਗੇ। ਲਾਓ ਇਹਨੂੰ ਜੀ ਜੀ। ਚਲੋ ਹੋਣਾ ਵੀ ਇਹੋ ਕੁਝ ਤੁਹਾਨੂੰ ਦੱਸਾਂ ਮੈਂ, ਇਹਨਾਂ ਨੂੰ ਮੁੜ ਕੇ ਆਪਾਂ ਅੱਗੇ ਜਿਹੜੀ ਗੱਲ ਕਰਦੇ ਸਿਆਸੀ ਤੌਰ ਤੇ ਛੜੀ ਕਰਨੀ ਪਊ ਜੀ। ਦੋਸਤੋ, ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਤੇ ਲਓ ਅਗਲਾ ਕੁਐਸਚਨ ਤੁਹਾਡਾ ਵੀ ਹੋ ਸਕਦਾ ਹੈ 905 813 1320। ਆਮ ਆਦਮੀ ਪਾਰਟੀ ਨੇ ਸ਼ਗੂਫਿਆਂ ਦਾ ਮੈਂ ਕਿਹਾ ਪਟਾਰਾ ਲਿਆਂਦਾ ਵੱਡਾ, ਇੱਕ ਹੋਰ ਸ਼ਗੂਫਾ ਛੱਡਿਆ, 4 ਮੰਤਰੀ ਆਪ 'ਚ ਸ਼ਾਮਲ ਹੋਣਾ ਲੋਚਦੇ ਨੇ। ਅੱਛਾ, ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਖੁਦ ਮੋਦੀ ਦੇ ਸੰਪਰਕ ਵਿੱਚ। ਵਾਓ। ਸਰ ਇਹਨੂੰ ਨੀਜ ਨਾਲ ਇੱਕ ਥੋੜੀ ਜਿਹੀ ਵੇਖਣ ਦੀ ਲੋੜ ਆ। ਆਪਾਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੀ ਕੇਜਰੀਵਾਲ ਆ ਇਹ ਵੀ RS ਦਾ ਵਰਕਰ, RS ਦਾ ਬੰਦਾ। ਪੰਜਾਬ ਦੇ ਵਿੱਚ ਬੀਜੇਪੀ ਨੂੰ ਪਤਾ ਵੀ ਕਾਂਗਰਸ ਮੁਕਤ ਅਸੀਂ ਇੱਥੇ ਆਪਣਾ ਕੁਝ ਨਹੀਂ ਕਰ ਸਕਦੇ, ਤੇ ਹੁਣ ਕੇਜਰੀਵਾਲ ਨੇ ਕੀਤਾ RS ਨੇ, ਭਾਈ ਤੂੰ ਤਕੜਾ ਹੋ ਕੇ ਲੜ, ਤੂੰ ਇੱਥੋਂ ਕੱਢ ਕਾਂਗਰਸ। ਤੁਹਾਨੂੰ ਪਤਾ ਜਦੋਂ ਸ਼ਹੀਨਬਾਗ ਦਾ ਮੋਰਚਾ ਲੱਗਾ ਸੀਗਾ ਮੁਸਲਮਾਨਾਂ ਦਾ, ਕੋਈ ਬਿਆਨ ਨਹੀਂ ਦਿੱਤਾ ਕੇਜਰੀਵਾਲ ਨੇ, ਕੋਈ ਬਿਆਨ ਨਹੀਂ ਦਿੱਤਾ। ਉਹ ਕੀ ਸ਼ੋਅ ਕਰਦਾ ਸੀ? ਇਹੀ ਸ਼ੋਅ ਕਰਦਾ ਸੀ ਕਿ ਕਿਤੇ ਨਾ ਕਿਤੇ ਤਾਰਾਂ ਜਿਹੜੀਆਂ ਉਧਰ ਜੁੜੀਆਂ ਨੇ ਹਸਪੀਟਲ ਨਾਲ। ਇਸ ਕਰਕੇ ਕੇਜਰੀਵਾਲ ਸਾਹਿਬ ਜੋ ਮਰਜ਼ੀ ਕਹੀ ਜਾਣ, ਹੁਣ 4 ਮੰਤਰੀ ਤੁਸੀਂ ਕਹੀ ਜਾਂਦੇ ਵੀ ਸਾਡੇ ਕੰਟੈਕਟ ਦੇ ਵਿੱਚ ਨੇ, ਵੀ ਸਾਨੂੰ ਕਹਿੰਦੇ ਸੀ ਸ਼ਾਮਲ ਹੋਣਾ।
ਤੇ ਨਾਲ ਹੀ ਤੁਸੀਂ ਆਪਣੇ ਸਵਾਲ ਦਾ ਆਪੇ ਜਵਾਬ ਦੇ ਦਿਓ ਕਿ ਅਸੀਂ ਕੂੜਾ ਕਰਕਟ ਨਹੀਂ ਲਵਾਂਗੇ ਆਪਣੀ ਕਾਂਗਰਸ ਦਾ। ਭਾਈ ਜੀ, ਕੂੜਾ ਕਰਕਟ ਤੁਸੀਂ ਮੂੰਹ ਹੀ ਖਲੋਦੇ ਹੋ, ਫਿਰ ਗੱਲ ਹੀ ਤਾਂ ਸੁਣਦੇ ਤੁਸੀਂ ਆਪਣਾ ਕੰਮ ਕਰੋ ਤੁਸੀਂ। ਪਹਿਲਾਂ ਇਹਨਾਂ ਨੇ ਕਹਿਤਾ, ਜਦੋਂ ਇਹਨਾਂ ਦੀ ਉਹ ਰੂਬੀ ਬੀਬੀ ਗਈ ਹੈ ਕਾਂਗਰਸ ਦੇ ਵਿੱਚ, ਤੇ ਉਹਨਾਂ ਨੇ ਕਹਿ ਦਿੱਤਾ ਵੀ ਅਜੀ ਹੋਰ ਵੀ ਲਾਈਨ 'ਚ ਹੈਗੇ ਨੇ। ਤੇ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਵੀ ਸਾਡੇ ਕੋਲੇ 25 MLA ਕਾਂਗਰਸ ਜਿਹੜੇ ਉਹ ਆਮ ਆਦਮੀ ਪਾਰਟੀ ਜੁਆਇਨ ਕਰਨਾ ਚਾਹੁੰਦੇ, ਲੇਕਿਨ ਅਸੀਂ ਕਾਂਗਰਸ ਦਾ ਕੂੜਾ ਕਰਕਟ ਨਹੀਂ ਲਵਾਂਗੇ। ਜੇ ਉਹ ਕੂੜਾ ਕਰਕਟ ਤੇ ਕੂੜਾ ਕਰਕਟ ਗੱਲ ਹੀ ਕਿਉਂ ਕਰਦੇ ਹੋ? ਉਹ ਤੇ ਬੋਲ ਮਾਰਦੇ ਨੇ, ਲੋਕ ਸਮਝ ਜਾਂਦੇ ਫਿਰ ਤੁਸੀਂ। ਜੀ 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 ਜੀ, ਆਪਣਾ ਕੰਮ ਕਰੋ ਤੁਸੀਂ ਜੀ। ਚਲੋ, ਜਿਹੜਾ ਸਿੱਧੂ ਹੈ, ਇੱਕ ਵਾਰੀ ਫਿਰ ਤੋਂ ਚਰਚਾ 'ਚ ਹੈ, ਉਹਨੂੰ ਬੁਲਾਇਆ ਨਹੀਂ ਗਿਆ ਰਾਜਸਥਾਨ ਮਾਰਚ ਵਿੱਚ। ਚੰਨੀ ਨੂੰ ਬੁਲਾਉਣ ਤੇ ਸਿੱਧੂ ਭੜਕਿਆ, ਪਾਰਟੀ ਵਿੱਚ ਸ਼ੋ ਪੀਸ ਨਹੀਂ ਬਣ ਕੇ ਰਹਾਂਗਾ। ਕਿਆ ਬਾਤ। ਸਿੱਧੂ ਦੀ ਕਿਸਮਤ ਤੇਜ਼ ਸੀ ਉੱਥੇ ਜੀ। ਸਿੱਧੂ ਨੂੰ ਬੁਲਾਇਆ ਨਹੀਂ ਗਿਆ, ਸਿੱਧੂ ਗਿਆ ਵੀ ਨਹੀਂ ਗਿਆ ਤੇ ਚੰਨੀ ਨੂੰ ਬੁਲਾਇਆ ਸੀ ਵੀ ਤੂੰ ਆ। ਇਸ ਵੇਲੇ ਹਾਈ ਕਮਾਂਡ ਵੀ ਸੋਚਦੀ ਆ ਵੀ ਸਹੀ 2022 ਦੀਆਂ ਇਲੈਕਸ਼ਨਾਂ ਕਿੰਨੇ ਜਿੱਤ ਲਈ ਤੇ ਫਿਰ ਕਰਾਂਗੇ ਸਿੱਧੂ ਨਾਲ ਗੱਲ, ਪਾਈ ਕੀ ਕਰਨਾ। ਸਿੱਧੂ ਨੇ ਆ ਕੇ ਜਦੋਂ ਚੰਨੀ ਨੂੰ ਬੁਲਾ ਲਿਆ, ਮੈਨੂੰ ਬੁਲਾਇਆ ਤੇ ਉਹਨੇ ਕਹਿਤਾ ਜੀ ਮੈਂ ਸ਼ੋ ਪੀਸ ਬਣ ਕੇ ਨਹੀਂ ਰਹਿਣਾ ਚਾਹੁੰਦਾ ਪਾਰਟੀ ਦੇ ਵਿੱਚ। ਜਦੋਂ ਮਰਜ਼ੀ ਕੱਢ ਲਿਆ ਤੇ ਪ੍ਰਚਾਰ ਕਰਾ ਲਿਆ ਤੇ ਚੋਣ ਜਿੱਤ ਲਈ ਤੇ ਮੁੜ ਕੇ ਫਿਰ ਛੋਪੀ ਰੱਖ ਦਿੱਤਾ। ਮੈਂ ਹੁਣ ਕੁਛ ਨਾ ਕੁਛ ਬਣ ਕੇ ਰਹੂੰਗਾ। ਇਹ ਗੱਲ ਦਾ ਮਤਲਬ ਸੀ ਕਿ ਚੰਨੀ ਨੂੰ ਤੁਸੀਂ ਬੁਲਾਇਆ ਤੇ ਮੈਨੂੰ ਕੋਈ ਨਹੀਂ ਬੁਲਾਇਆ। ਹੁਣ ਚੰਨੀ ਉਹਨਾਂ ਦੀ ਬਦਕਿਸਮਤ ਸੀ ਇਹ ਕਿ ਜਦੋਂ ਇਹ ਪਹੁੰਚੇ ਉੱਥੇ ਏਅਰਪੋਰਟ ਤੇ ਪਤਾ ਲੱਗ ਗਿਆ ਵੀ ਰੈਲੀ ਤੇ ਖਤਮ ਹੋ ਗਈ, ਹੁਣ ਕਿੱਧਰ ਆਏ ਤੁਸੀਂ? ਰੱਖ। ਜਦੋਂ ਕਿ ਰਾਹੁਲ ਗਾਂਧੀ ਬਾਰ-ਬਾਰ ਅਨਾਉਂਸ ਕਰਦੇ ਨੇ ਸਟੇਜ ਉੱਤੋਂ ਕਿ ਚੰਨੀ ਸਾਹਿਬ ਆ ਰਹੇ ਨੇ, ਪੰਜਾਬ ਦੇ ਮੁੱਖ ਮੰਤਰੀ, ਜਿਹੜੇ ਗਲਤ ਮੁੱਖ ਮੰਤਰੀ ਬਣਾਏ, ਜਦੋਂ ਸੰਬੋਧਨ ਕਰਨਗੇ ਆ ਕੇ। ਹੁਣ ਜਵਾਬ ਦੇਣਗੇ ਜਾ ਕੇ ਦਿੱਲੀ 'ਚ ਮੈਂ ਕਿਉਂ ਲੇਟ ਹੋਇਆ ਜੀ, ਕੀ ਹੋਇਆ ਜੀ? ਹੁਣ ਕਹਿ ਦਿੱਤਾ ਜੀ ਮੇਰੇ ਹੈਲੀਕਾਪਟਰ ਰੁਕ ਪਏਗਾ ਜੀ, ਫਲਾਣਾ ਪਏਗਾ। ਪਹਿਲਾਂ ਤੋਂ ਘੰਟਾ ਕਿੱਧਰ ਪਹੁੰਚ ਲੱਗਾ। ਉਦੋਂ ਸੋਚਿਆ ਵੀ ਆਹ ਹੈਲੀਕਾਪਟਰ ਤੇ ਮਿੰਟੋ ਮਿੰਟੀ ਪਹੁੰਚ ਜਾਣਾ ਉੱਥੇ। ਇਹ ਰਾਜਨੀਤਿਕ ਗੁੰਝਲਾਂ ਜਿਹੜੀਆਂ ਨਾ ਕੋਈ ਸਮਝ ਸਕਦਾ। ਸ਼੍ਰੋਮਣੀ ਕਮੇਟੀ ਨੇ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਹੈ। ਮਿੰਟ 2-2.5 ਨੇ ਆਪਣੇ ਕੋਲ। ਬਲਬੀਰ ਸਿੰਘ ਰਾਜੇਵਾਲ ਨੇ ਧੰਨਵਾਦ ਕੀਤਾ। 2-2.5 ਮਿੰਟ ਦੇ ਵਿੱਚ ਮੈਂ ਤੁਹਾਡੇ ਨਾਲ ਖਬਰ ਸਾਂਝੀ ਕਰਨੇ, ਸ਼ਾਮੀ ਕਰ ਲਾਂਗੇ ਕਿ ਹਫ਼ਤੇ ਮਿਲਣਾ ਵਾ ਜਿਹੜੀ ਉਹ ਹੈਗੀ ਨਾ ਵਾਰਾਣਸੀ ਵਾਲਾ ਕੰਮ, ਸਵੇਰੇ ਕਰ ਲਾਂਗੇ। ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੜਾ ਵੱਡਾ ਰੋਲ ਆ। ਹਾਂਜੀ 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 ਹਾਂਜੀ, ਕਰਨਾ ਚਾਹੁੰਦਾ ਮੈਂ ਜ਼ਰੂਰ ਜੀ। ਮਹਾਰਾਣੀ ਜਿੰਦਾ ਦਾ ਮੈਂ ਵੇਖ ਕੇ ਆ ਜੀ, ਉੱਥੇ ਬੜਾ ਵੱਡਾ ਉਹ ਜਿੱਥੇ ਕੈਦ ਰੱਖੀ ਸੀ ਚਨਾਰ ਦੇ ਕਿਲੇ ਦੇ ਵਿੱਚ। ਹਾਂਜੀ ਪਲੀਜ਼ ਤੁਸੀਂ ਇਹਦੇ ਬਾਰੇ ਜਵਾਬ ਦੇ ਦਿਓ। ਜਿਹੜੀ ਸਨਮਾਨ ਕੀਤਾ ਜੀ, ਚੰਗੀ ਗੱਲ ਆ। ਸ਼੍ਰੋਮਣੀ ਕਮੇਟੀ ਦੇ ਜੀਟੂ ਵੀ ਬਣਦੀ ਸੀ, ਬਕਾਇਦਾ ਤੌਰ ਤੇ ਵੀ ਮੋਰਚੇ ਦੇ ਜਿਹੜੇ ਆ ਰਹੇ ਨੇ ਕਿਸਾਨ ਮੱਥਾ ਟੇਕਣ ਨੂੰ ਸਨਮਾਨਿਤ ਕਰਦੇ। ਉਹਨਾਂ ਨੇ ਕੀਤਾ, ਇੱਕ ਮਾਡਲ ਛੋਟਾ ਦਿੱਤਾ ਦਰਬਾਰ ਸਾਹਿਬ ਦਾ ਤੇ ਨਾਲ ਇੱਕ ਸਰੂਪਾ ਦਿੱਤਾ ਪਿਆ। ਦੇਖੋ ਜੀ, ਉਹਨੇ ਨਾਮ ਦੀ ਵਿੱਚ ਵੇਟ ਨਹੀਂ ਮਾਣ ਹੁੰਦੀ। ਫਿਰ ਵੀ ਸਿੱਖਾਂ ਦੀ ਪਾਰਲੀਮੈਂਟ, ਸ਼੍ਰੋਮਣੀ ਜਿਹੜੀ ਸੰਸਥਾ ਵਾ, ਸ਼੍ਰੋਮਣੀ ਕਮੇਟੀ ਉਹ ਸਨਮਾਨਿਤ ਕਰਨੀ ਇੱਕ ਮਹਿਨਾ ਰੱਖਦੀ। ਇਸ ਕਰਕੇ ਲਗਭਗ ਮੇਰੇ ਖਿਆਲ ਕੋਈ ਬਹੁਤੇ ਨਹੀਂ, 20 ਦੇ ਕਰੀਬ ਤੇ ਆਗੂ ਆ ਗਏ ਸੀ, ਬਾਕੀ ਨਹੀਂ ਆਏ। ਲੇਕਿਨ ਸਭ ਤੋਂ ਵੱਡੀ ਗੱਲ ਸੀ ਟਕੈਤ ਸਾਹਿਬ ਦਾ ਪੁੱਜਣਾ ਤੇ ਟਕੈਤ ਸਾਹਿਬ ਦਾ ਸਨਮਾਨ ਕਰਨਾ। ਉਹ ਵੀ ਆਏ ਸੀ, ਚਲੂਮੀ ਸਾਹਿਬ ਵੀ ਆਏ ਸੀ, ਸਾਰੇ ਆਏ ਸੀ ਉੱਥੇ, ਰਾਜੇਵਾਲ ਸਾਹਿਬ ਵੀ ਆਏ ਸੀਗੇ। ਲੇਕਿਨ ਰਾਜੇਵਾਲ ਸਾਹਿਬ ਨੇ ਇੱਕ ਗੱਲ ਦਾ ਰੋਸ ਪ੍ਰਗਟ ਕੀਤਾ, ਯਾਰ ਮੱਥਾ ਟੇਕਣ ਆਏ ਆ, ਧੱਕੇ ਕਿਉਂ ਮਾਰਦੇ? ਬਸ ਸਿਆਣੀ ਗੱਲ। ਇਹ ਕੋਈ ਇਨਸਾਨੀਅਤ ਥੋੜੀ ਜਿਹੀ ਹੈਗੀ ਹੈ, ਸਾਨੂੰ ਮੱਥਾ ਤੇ ਟੇਕ ਲੈਣ ਦਿਓ। ਹੁਣ ਧੱਕੇ ਕੌਣ ਮਾਰਦਾ ਸੀ? ਧੱਕੇ ਜਿਹੜੀ ਇਹਨਾਂ ਦੁਰਲੀ ਫੁੱਟ ਮਗਰ ਲਾਈ ਸੀ ਉਹਨਾਂ ਦੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ। ਉਹਨਾਂ 20 ਬੰਦਿਆਂ 100 ਬੰਦੇ ਵੀ ਧੱਕੇ ਮਾਰ ਲੈਣੇ ਆ। ਇਹਨਾਂ ਨੂੰ ਆਦਤ ਹੁੰਦੀ ਆ ਵੀ ਪਾਸੇ ਇੱਧਰ ਕੋਈ ਧੱਕੇ ਵੱਜਣੇ ਮੁੜ ਕੇ। ਇਸ ਕਰਕੇ ਉੱਥੇ ਰੋਸ ਪ੍ਰਗਟ ਕੀਤਾ ਹੈ ਸਟੇਜ ਤੋਂ ਰਾਜੇਵਾਲ ਸਾਹਿਬ ਨੇ ਵੀ ਇਹ ਗਲਤ ਕਰ ਰਹੇ, ਆਪਾਂ ਨੂੰ ਇਹ ਨਹੀਂ ਹੋਣਾ ਚਾਹੀਦਾ ਆਪਣੇ ਵਾਸਤੇ। ਲੇਕਿਨ ਉਹਨਾਂ ਨੇ ਨਾਲ ਇਹ ਵੀ ਗੱਲ ਕਹਿ ਦਿੱਤੀ ਹੈ ਕਿ ਸਾਡਾ ਜਿਹੜਾ ਮੋਰਚਾ ਵਾ ਅਜੇ ਮੁਲਤਵੀ ਕੀਤਾ ਵਾ, ਖਤਮ ਨਹੀਂ ਕੀਤਾ, ਮੋਰਚਾ ਜਾਰੀ ਰਹੇਗਾ। ਚੰਗੀ ਗੱਲ ਆ। ਇਹਦੇ ਵਿੱਚ ਹੁਣ ਇਹ ਗੱਲਾਂ ਵੀ ਚੱਲ ਪਈਆਂ ਨੇ, ਭਾਈ ਜਿਹੜਾ ਵੀ ਬੰਦਾ ਚੋਣਾਂ 'ਚ ਹਿੱਸਾ ਲਵੇਗਾ, ਸਿੱਧੇ ਰੂਪ 'ਚ ਚੋਣਾਂ ਲੜੇਗਾ, ਉਹਨੂੰ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਕੱਢ ਦਿੱਤਾ ਜਾਵੇ। ਸਭ ਤੋਂ ਵੱਡੀ ਗੱਲ ਇਹ ਆ। ਹੁਣ ਉਹਦੇ ਵਿੱਚ ਕੀ ਰਾਜੇਵਾਲ ਸਾਹਿਬ ਬਾਰੇ ਕੀ ਸੀ ਵੀ ਆਮ ਆਦਮੀ ਪਾਰਟੀ ਜਾ ਕੇ ਤੇ ਮੁੱਖ ਮੰਤਰੀ ਦੇ ਉਮੀਦਵਾਰ, ਤੇ ਮੈਨੂੰ ਨਹੀਂ ਉਮੀਦ ਵੀ ਇਹ ਗਲਤੀ ਕਦੀ ਰਾਜੇਵਾਲ ਸਾਹਿਬ ਕਰਨਗੇ।
ਅੱਜ ਰਾਜੇਵਾਲ ਸਾਹਿਬ ਜਿਹੜੇ ਨੇ ਉਹ ਬਕਾਇਦਾ ਤੌਰ ਤੇ ਕਿਸਾਨਾਂ ਦੇ ਇੰਟਰਨੈਸ਼ਨਲ ਆਗੂ ਬਣ ਚੁੱਕੇ। ਬਿਲਕੁਲ ਹੀਰੋ ਨੇ ਜੀ, ਬਿਲकुल ਟਕੈਤ ਉਹ ਦੇ ਆਪਣੀ ਬਰਾਬਰ। ਗਲਤੀ ਨਹੀਂ ਕਰਨਗੇ, ਕਦੀ ਵੀ ਨਹੀਂ ਕਰਨਗੇ ਉਹ। ਲੇਕਿਨ ਆਪਣੇ ਪੱਤੇ ਜੀ ਬੋਲਦੇ ਜੋ ਸਵਾਲ ਪੁੱਛਦੇ ਉਹ ਟਾਲ ਛੱਡਦੇ ਆ, ਠੀਕ ਉਹ ਟਾਲ ਜਾਂਦੇ ਰੌਲਾ ਪੈਂਦਾ ਪਈ ਜਾਣ ਦਿਓ। ਜੀ। ਨਾ ਤਾਂ ਮੈਂ ਖਾਸ ਕੀਤੀ ਯਾਰ ਕੀਤੀ ਮੈਂ ਮੁੱਖ ਮੰਤਰੀ ਬਣਨਾ ਵਾ, ਜੀ। ਜੇ ਉਹ ਕਹੀ ਜਾਂਦੇ ਤੁਸੀਂ ਕਿਹੜਾ ਤੁਸੀਂ ਵੀ ਕਹੀ ਜਾਓ। ਦੋਸਤੋ 12 ਵੱਜਣ ਵਾਲੇ ਨੇ ਤੇ ਹੁਣ ਅਸੀਂ ਸੌਣਾ ਤੇ ਪੱਟੀ ਸਾਹਿਬ ਨੇ ਸਵੇਰੇ ਗੁੱਡ ਮਾਰਨਿੰਗ ਸ਼ੋਅ 10 ਵਜੇ ਟੋਰਾਂਟੋ ਦੇ ਸਮੇਂ ਦੇ ਮੁਤਾਬਕ ਮੇਰੇ ਨਾਲ ਫੇਰ ਲੈ ਕੇ ਹਾਜ਼ਰ ਹੋਣਾ ਹੈ। ਤਦ ਤੱਕ ਲਈ ਭੁੱਲ ਚੁੱਕਾਂ ਦੀ ਮਾਫੀ, ਰੱਬ ਰਾਖਾ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।